ਹੈਲੋ ਵਿਦਿਆਰਥੀਓ, ਉਮੀਦ ਹੈ ਤੁਸੀਂ ਆਪਣੇ NTSC ਅਤੇ NMMS ਦੀ ਤਿਆਰੀ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ। ਸਬਜੈਕਟ ਦੀ ਤਿਆਰੀ ਤੁਸੀਂ ਚੰਗੀ ਤਰ੍ਹਾਂ ਨਾਲ ਤੁਹਾਨੂੰ ਅਧਿਆਪਕ ਕਰਵਾਈ ਜਾ ਰਹੇ ਨੇ। ਅੱਜ ਅਸੀਂ ਰੀਜ਼ਨਿੰਗ ਦਾ ਮੈਂਟਲ ਐਬਿਲਿਟੀ ਦਾ ਇੱਕ ਟੌਪਿਕ ਲੈ ਕੇ ਆਏ ਹਾਂ, ਕੋਡਿੰਗ ਅਤੇ ਡੀਕੋਡਿੰਗ। ਜਿਹੜਾ ਕੋਡਿੰਗ ਡੀਕੋਡਿੰਗ ਆਪਣੇ ਕੋਲ ਟੌਪਿਕ ਹੈ, ਜਦ ਅਸੀਂ NTSC ਜਾਂ NMMS ਦੀ ਗੱਲ ਕਰੀਏ ਤਾਂ ਇਸ ਟੌਪਿਕ ਦੇ ਵਿੱਚੋਂ ਸਾਨੂੰ 4 ਤੋਂ 5 ਸਵਾਲ ਆਸਾਨੀ ਦੇ ਨਾਲ ਪੇਪਰ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ। ਜੇਕਰ ਤੁਸੀਂ ਆਪਣੇ ਲਾਈਫ ਦੇ ਵਿੱਚ ਅੱਗੇ ਵੀ ਕਿਸੇ ਕੰਪੀਟੀਸ਼ਨ ਦੇ ਵਿੱਚ ਬੈਠਦੇ ਹੋ, ਕੋਈ ਟੈਸਟ ਦੇਣ ਜਾਂਦੇ ਹੋ, ਉਸ ਵਿੱਚ ਵੀ ਇਸ ਦੇ ਵਿੱਚੋਂ 3-4 ਕੁਐਸਚਨ ਸਾਨੂੰ ਹਰ ਪੇਪਰ ਦੇ ਵਿੱਚ ਮਿਲ ਹੀ ਜਾਂਦੇ ਨੇ। ਹੁਣ ਜਦ ਅਸੀਂ ਗੱਲ ਕਰਦੇ ਹਾਂ ਕੋਡਿੰਗ ਡੀਕੋਡਿੰਗ ਦੀ, ਤਾਂ ਕੋਡਿੰਗ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਸ਼ਬਦ ਦਾ ਸਾਨੂੰ ਇੱਕ ਕੋਡ ਬਣਾ ਕੇ ਦੇ ਦਿੱਤਾ ਜਾਂਦਾ ਹੈ। ਅਸੀਂ ਉਸ ਕੋਡ ਨੂੰ ਪਤਾ ਕਰਨਾ ਹੁੰਦਾ ਹੈ, ਯਾਨੀ ਕਿ ਡੀਕੋਡ ਕਰਨਾ ਹੁੰਦਾ ਹੈ। ਜਦ ਅਸੀਂ ਉਸ ਸ਼ਬਦ ਨੂੰ ਡੀਕੋਡ ਕਰ ਲੈਂਦੇ ਹਾਂ, ਤੁਹਾਨੂੰ ਇੱਕ ਹੋਰ ਸ਼ਬਦ ਦਿੱਤਾ ਜਾਂਦਾ ਹੈ ਅਤੇ ਪੁੱਛਿਆ ਜਾਂਦਾ ਹੈ ਕਿ ਇਸ ਦੀ ਕੋਡਿੰਗ ਸੇਮ ਉਸੇ ਤਰਤੀਬ ਵਿੱਚ ਕੀਤੀ ਜਾਵੇ। ਇਸ ਵਾਸਤੇ ਸਾਨੂੰ ਜਿਹੜੇ ਅੰਗਰੇਜ਼ੀ ਦੇ 26 ਅੱਖਰ ਹਨ, ਅਲਫਾਬੈਟਸ ਹਨ, ਉਹਨਾਂ ਦੇ ਨੰਬਰ ਯਾਦ ਹੋਣਾ ਚਾਹੀਦਾ ਹੈ, ਉਸ ਦੀ ਤਰਤੀਬ ਯਾਦ ਹੋਣੀ ਚਾਹੀਦੀ ਹੈ। ਅਸੀਂ ਅੱਜ ਦੇ ਟੌਪਿਕ ਦੇ ਵਿੱਚ ਇਹਨਾਂ ਅਲਫਾਬੈਟਸ ਦੇ ਨੰਬਰ ਨੂੰ ਕਿਵੇਂ ਯਾਦ ਕਰੀਏ, ਉਹਦੇ ਵਾਸਤੇ ਇੱਕ ਛੋਟੀ ਜਿਹੀ ਟ੍ਰਿਕ ਹੈ ਜਿਸ ਨੂੰ ਅਸੀਂ ਧਿਆਨ ਵਿੱਚ ਰੱਖ ਕੇ ਆਸਾਨੀ ਦੇ ਨਾਲ ਦੱਸ ਸਕਦੇ ਹਾਂ ਜਾਂ ਯਾਦ ਕਰ ਸਕਦੇ ਹਾਂ ਕਿ ਉਸ ਅਲਫਾਬੈਟ ਦਾ ਨੰਬਰ ਕਿੰਨਾ ਹੈ, ਉਹ ਕਿੰਨਵੇਂ ਨੰਬਰ 'ਤੇ ਆਉਂਦਾ ਹੈ। ਆਓ ਅਸੀਂ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਕੋਡਿੰਗ ਅਤੇ ਡੀਕੋਡਿੰਗ। ਜਿਵੇਂ ਕਿ ਬੱਚਿਓ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਹੀ ਰਿਹਾ ਹੈ ਕਿ ਮੈਂ A ਤੋਂ ਲੈ ਕੇ Z ਤੱਕ ਜਿਹੜੇ ਆਪਣੇ 26 ਅੱਖਰ ਹਨ, ਅਲਫਾਬੈਟਸ ਹਨ, ਉਹਨਾਂ ਦੇ ਨੀਚੇ ਨੀਲੇ ਰੰਗ ਦੇ ਨਾਲ ਉਹਨਾਂ ਦਾ ਨੰਬਰ ਲਿਖਿਆ ਹੋਇਆ ਹੈ। ਜਿਵੇਂ ਕਿ A ਦਾ ਪਹਿਲਾ ਨੰਬਰ ਹੈ, B ਦਾ ਦੂਸਰਾ, C ਦਾ ਤੀਸਰਾ, D ਦਾ ਚੌਥਾ। ਇਸੇ ਤਰ੍ਹਾਂ ਮੈਂ ਸਾਰੇ ਹੀ ਅਲਫਾਬੈਟਸ ਦਾ ਨੰਬਰ ਲਿਖਿਆ ਹੋਇਆ ਹੈ Z ਤੋਂ 26 ਤੱਕ। ਤੁਹਾਨੂੰ ਇਸ ਅਲਫਾਬੈਟ ਸੀਰੀਜ਼ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿ ਕੁਝ ਅਲਫਾਬੈਟਸ ਨੂੰ ਮੈਂ ਲਾਲ ਰੰਗ ਦੇ ਨਾਲ ਲਿਖਿਆ ਹੋਇਆ ਹੈ, ਜਿਵੇਂ ਕਿ E, J, O, T ਤੇ Y। ਜੇ ਅਸੀਂ ਇਸ 5 ਅੱਖਰਾਂ ਨੂੰ ਅਲਫਾਬੈਟ ਸੀਰੀਜ਼ ਤੋਂ ਬਾਹਰ ਕੱਢ ਲੈਂਦੇ ਹਾਂ, ਤੁਹਾਨੂੰ ਇਹ ਇੱਕ ਸ਼ਬਦ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ, ਈ ਜੋਟੀ। ਇਸ ਨੂੰ ਅਸੀਂ ਈ ਜੋਟੀ ਪੜ੍ਹ ਸਕਦੇ ਹਾਂ, ਜਾਂ ਜਿਸ ਤਰ੍ਹਾਂ ਕਿ ਤੁਸੀਂ ਕਿਸੇ ਸ਼ਖਸ ਦਾ ਨਾਮ ਹੋਵੇ ਜੋਤੀ, ਇਹ ਹਿੱਸੇ ਨੂੰ ਅਸੀਂ ਕਹਿ ਸਕਦੇ ਹਾਂ ਜੋਤੀ, ਤੇ ਇਸ ਨੂੰ ਅਸੀਂ ਕਹਿ ਸਕਦੇ ਹਾਂ ਐ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਸ ਤਰ੍ਹਾਂ ਕਿਸੇ ਸ਼ਖਸ ਦਾ ਨਾਮ ਜੋਤੀ ਹੈ ਅਤੇ ਉਸ ਨੂੰ ਅਸੀਂ ਆਵਾਜ਼ ਮਾਰ ਰਹੇ ਹਾਂ, ਇਹ ਜੋਤੀ। ਇਸ ਨੂੰ ਯਾਦ ਕਰਨ ਦਾ ਇੱਕ ਤਰੀਕਾ ਇਹ ਹੋ ਗਿਆ। ਇਸ ਦੇ ਵਿੱਚ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਈ ਜਿਹੜਾ ਹੈ ਉਹ 5ਵਾਂ ਅੱਖਰ ਹੈ, ਜੇ 10ਵਾਂ ਅੱਖਰ ਹੈ, ਉਹ 15ਵਾਂ ਅੱਖਰ ਹੈ, T 20ਵਾਂ ਅੱਖਰ ਹੈ ਅਤੇ Y ਜਿਹੜਾ ਹੈ ਉਹ 25ਵਾਂ ਅੱਖਰ ਹੈ। ਯਾਨੀ ਕਿ 5-5 ਦੇ ਅੰਤਰਾਲ ਦੇ ਵਿੱਚ ਇਸ ਸ਼ਬਦ ਦੇ ਅਲਫਾਬੈਟ ਨੂੰ ਅਸੀਂ ਆਸਾਨੀ ਦੇ ਨਾਲ ਯਾਦ ਕਰ ਸਕਦੇ ਹਾਂ। 5, 10, 15, 20 ਅਤੇ 25 ਅੱਖਰ ਆਪਣੇ ਕੋਲ ਹੈਗੇ ਨੇ। ਇਹਦੇ ਵਿੱਚ 5 ਈ ਜੋਤੀ ਜਾਂ ਏ ਜੋਤੀ ਕਹਿ ਕੇ ਅਸੀਂ ਇਸ ਨੂੰ ਯਾਦ ਕਰ ਸਕਦੇ ਹਾਂ। ਹੁਣ ਇਸ ਤੋਂ ਇਲਾਵਾ ਜਿਹੜੇ ਆਪਣੇ ਕੋਲ ਅੱਖਰ ਬਚ ਜਾਂਦੇ ਨੇ,
ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਯਾਦ ਕਰੀਏ, ਆਓ ਅਸੀਂ ਦੇਖਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਨੰਬਰ ਸਾਰੇ ਯਾਦ ਨੇ ਕਿ 1 2 3 4 ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ, ਇਸੇ ਨੰਬਰਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਹੀ ਇਹਨਾਂ ਸਾਰੇ ਹੀ ਅਲਫਾਬੈਟਸ ਦਾ ਨੰਬਰ ਯਾਦ ਕਰ ਸਕਦੇ ਹਾਂ। ਆਓ ਅਸੀਂ ਦੇਖਦੇ ਹਾਂ। ਇਸ ਸਲਾਈਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ A ਨੂੰ ਅਸੀਂ ਪਹਿਲਾ ਨੰਬਰ ਦਿੱਤਾ ਹੈ, B ਨੂੰ ਦੂਸਰਾ, C ਨੂੰ ਤੀਸਰਾ ਅਤੇ D ਨੂੰ ਚੌਥਾ। ਹੁਣ ਜਿਹੜੇ ਪਹਿਲੇ ਤੇ 4 ਅੱਖਰ ਹਨ, ਇਹਨਾਂ ਨੂੰ ਤੇ ਅਸੀਂ ਆਸਾਨੀ ਦੇ ਨਾਲ ਯਾਦ ਕਰ ਸਕਦੇ ਹਾਂ, ਕਿਉਂਕਿ ਪਹਿਲੇ 4 ਅੱਖਰ ਹਨ। ਇਹਨਾਂ ਨੂੰ ਯਾਦ ਕਰਨਾ ਸਾਡੇ ਵਾਸਤੇ ਆਸਾਨ ਹੈ। A ਨੂੰ ਪਹਿਲਾ, B ਨੂੰ ਦੂਸਰਾ, C ਨੂੰ ਤੀਸਰਾ, D ਨੂੰ ਚੌਥਾ। ਅਤੇ ਜਿਸ ਤਰ੍ਹਾਂ ਈ ਜੋਤੀ ਸ਼ਬਦ ਸੀਗਾ, ਉਹਦੇ ਵਿੱਚ ਈ ਦਾ ਅਸੀਂ ਨੰਬਰ 5 ਰੱਖਿਆ ਸੀਗਾ। ਹੁਣ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ 6ਵਾਂ ਅੱਖਰ F ਹੈ। ਹੁਣ ਜੇ ਅਸੀਂ F ਨੂੰ ਇਸ ਤਰ੍ਹਾਂ ਉਲਟਾ ਲਿਖ ਦਈਏ ਤੇ F ਆਪਣੇ ਕੋਲ ਇਸ ਤਰ੍ਹਾਂ ਬਣ ਗਿਆ। ਹੁਣ ਜੇ ਅਸੀਂ ਇਸ F ਨੂੰ ਇਸ ਤਰ੍ਹਾਂ ਕਰਕੇ ਨੀਚਿਓਂ ਬੰਦ ਕਰ ਦਈਏ ਤੇ ਸਾਨੂੰ 6ਵੇਂ ਅੱਖਰ ਦੀ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ। ਤੇ ਯਾਨੀ ਕਿ ਜਿਹੜਾ ਅੱਖਰ F ਹੈ ਉਸ ਦਾ ਅਲਫਾਬੈਟੀਕਲ ਸੀਰੀਜ਼ ਦੇ ਵਿੱਚ ਨੰਬਰ 6ਵਾਂ ਹੋਏਗਾ। F ਜਿਹੜਾ ਹੈ ਉਹ 6 ਦੀ ਤਰ੍ਹਾਂ ਸਾਨੂੰ ਉਲਟਾ ਕਰਨ 'ਤੇ ਨਜ਼ਰ ਆਉਂਦਾ ਹੈ ਜੇ ਅਸੀਂ ਇਸ ਨੂੰ ਬੰਦ ਕਰ ਦਿੰਦੇ ਹਾਂ ਨੀਚੇ ਵਾਲੀ ਸਾਈਡ ਤੋਂ। ਅਤੇ ਇਸ ਕਰਕੇ F ਦਾ ਅੱਖਰ ਦਾ ਅਲਫਾਬੈਟ ਦੇ ਵਿੱਚ ਸੀਰੀਜ਼ ਦੇ ਵਿੱਚ ਨੰਬਰ ਆ ਗਿਆ 6ਵਾਂ। ਇਸੇ ਤਰ੍ਹਾਂ ਹੀ ਅੱਗੇ ਚੱਲਦੇ ਹਾਂ। G ਦਾ 7ਵਾਂ ਨੰਬਰ ਲਿਖਿਆ ਹੋਇਆ ਹੈ। ਅਸੀਂ G ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। G ਲਿਖ ਕੇ ਅਸੀਂ ਛੋਟੇ ਇਸ ਤਰ੍ਹਾਂ ਲਿਖਦੇ ਸੀਗੇ। ਤਾਂ ਹੁਣ ਜਿਹੜਾ ਤੁਸੀਂ ਇਸ ਅੱਖਰ ਦੇ ਵਿੱਚ ਦੇਖਦੇ ਪਏ ਹੋ, ਆਹ ਜਿਹੜਾ ਪੂਛ ਨਿਕਲੀ ਹੋਈ ਹੈ ਇਹਦੀ, ਇਸ ਅੱਖਰ 7ਵੇਂ ਨੰਬਰ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ G ਹੈ ਉਹ 7 ਨੰਬਰ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈ, ਯਾਨੀ ਕਿ G ਦਾ ਨੰਬਰ 7 ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ H ਦੀ ਗੱਲ ਕਰਦੇ ਹਾਂ ਤੇ ਇਸ ਨੂੰ ਅਸੀਂ ਉੱਪਰੋਂ ਬੰਦ ਕਰ ਦਈਏ, ਨੀਚੋਂ ਬੰਦ ਕਰ ਦਈਏ, ਤੇ ਇਹ ਜਿਹੜਾ ਅੱਖਰ ਹੈ ਇਹ 8 ਦੀ ਤਰ੍ਹਾਂ ਸਾਨੂੰ ਨਜ਼ਰ ਆ ਰਿਹਾ ਹੈ। ਇਸ ਕਰਕੇ H ਦਾ ਨੰਬਰ ਯਾਨੀ ਕਿ ਉਸ ਅਲਫਾਬੈਟਿਕ ਸੀਰੀਜ਼ ਦੇ ਵਿੱਚ H ਦਾ 8ਵਾਂ ਨੰਬਰ ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ I ਨੂੰ ਦੇਖਦੇ ਹਾਂ ਤੇ I ਨੂੰ ਜੇ ਅਸੀਂ ਉੱਪਰੋਂ ਇਸ ਤਰ੍ਹਾਂ ਕਰਕੇ ਬੰਦ ਕਰ ਦਈਏ ਤੇ ਇਹ ਅੱਖਰ 9 ਦੀ ਤਰ੍ਹਾਂ ਨਜ਼ਰ ਆ ਰਿਹਾ ਹੈ। ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੱਖਰ I ਹੈ ਉਹ 9ਵੇਂ ਨੰਬਰ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈ। ਜੇ ਫਿਰ ਆਪਣੇ ਕੋਲ ਉਸੀ ਇਜੋਤੀ ਦਾ ਹੀ ਦੂਸਰਾ ਅੱਖਰ ਆ ਗਿਆ ਜਿਹੜਾ 5 ਦੂਣੀ 10 5 5 ਦੇ ਵਕਵੇ 'ਚ ਸੀਗਾ, ਇਹ ਅਸੀਂ ਉਸ ਅੱਖਰ ਤੋਂ ਯਾਦ ਕਰ ਲਾਂਗੇ। ਇਸ ਦਾ ਨੰਬਰ ਆ ਗਿਆ 10। ਹੁਣ ਜਦ ਅਸੀਂ ਗੱਲ ਕਰਦੇ ਹਾਂ K ਦੀ, ਤੇ ਜੇ ਅਸੀਂ K ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਲਿਖ ਦਈਏ ਇੱਕ ਸਿੱਧੀ ਲਾਈਨ, ਤੇ ਜਿਹੜਾ K ਹੈ ਉਹਨੂੰ ਥੋੜ੍ਹਾ ਜਿਹਾ ਅਸੀਂ ਖੋਲ੍ਹ ਕੇ ਇਸ ਤਰ੍ਹਾਂ ਲਿਖ ਦਈਏ, ਤੇ ਜਿਹੜੇ ਦੋਵੇਂ ਨੇ ਇਹ ਆਪਣੇ ਕੋਲ ਇਸ ਤਰ੍ਹਾਂ ਪ੍ਰਤੀਤ ਹੋ ਰਹੇ ਨੇ ਕਿ ਅਸੀਂ 11 ਲਿਖਿਆ ਹੋਇਆ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੱਖਰ K ਹੈ ਉਸ ਨੂੰ ਅਸੀਂ 11ਵੇਂ ਨੰਬਰ ਦੇ ਤੌਰ 'ਤੇ ਯਾਦ ਰੱਖ ਸਕਦੇ ਹਾਂ। ਇਸੇ ਤਰ੍ਹਾਂ ਹੀ ਆਪਣੇ ਕੋਲ ਅੱਖਰ ਆ ਗਿਆ L। ਜਦੋਂ ਅਸੀਂ L ਨੂੰ ਦੇਖਦੇ ਹਾਂ, ਇਸ ਨੂੰ ਜੇਕਰ ਮੈਂ ਉੱਪਰੋਂ ਇਸ ਤਰ੍ਹਾਂ ਕਰਕੇ ਬੰਦ ਕਰਦਾ ਤੇ ਇਹ ਅੱਖਰ 2 ਦੀ ਤਰ੍ਹਾਂ ਸਾਨੂੰ ਪ੍ਰਤੀਤ ਹੋ ਰਿਹਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੱਖਰ L ਹੈ ਉਹ ਅਲਫਾਬੈਟੀਕਲ ਸੀਰੀਜ਼ ਦੇ ਵਿੱਚ 12ਵਾਂ ਅੱਖਰ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅਗਲੇ ਅੱਖਰਾਂ ਵੱਲ ਚੱਲਦੇ ਹਾਂ, ਜਦ ਅਸੀਂ M ਅੱਖਰ ਨੂੰ ਦੇਖਦੇ ਹਾਂ ਤੇ M ਨੂੰ ਜੇਕਰ ਅਸੀਂ ਥੋੜ੍ਹਾ ਜਿਹਾ ਘੁਮਾ ਦਈਏ ਤੇ ਜਿਹੜਾ M ਅੱਖਰ ਹੈ ਉਹ ਇਸ ਤਰ੍ਹਾਂ ਸਾਨੂੰ ਨਜ਼ਰ ਆਵੇਗਾ। ਤੇ ਇਹ M ਅੱਖਰ 3 ਦੀ ਤਰ੍ਹਾਂ ਸਾਨੂੰ ਪ੍ਰਤੀਤ ਹੋ ਰਿਹਾ ਹੈ ਤੇ ਇਸ ਦਾ ਅਲਫਾਬੈਟੀਕਲ ਸੀਰੀ ਆ ਜਾਵੇਗੀ 13। ਇਸੇ ਤਰ੍ਹਾਂ ਹੀ ਜਦੋਂ ਅਸੀਂ N ਦੀ ਗੱਲ ਕਰਦੇ ਹਾਂ
ਤਾਂ ਐਨ ਨੂੰ ਵੀ ਅਸੀਂ ਥੋੜ੍ਹਾ ਜਿਹਾ ਤੋੜ ਕੇ ਲਿਖ ਲੈਂਦੇ ਹਾਂ ਇਸ ਤਰ੍ਹਾਂ, ਅਤੇ ਐਨ ਦੀ ਲਾਈਨ ਥੋੜ੍ਹੀ ਜਿਹੀ ਇੱਕ ਦੂਰ ਕਰ ਦਿੱਤੀ। ਜੇ ਇਸ ਨੂੰ ਮੈਂ ਵਿੱਚੋਂ ਦੀ ਇਸ ਤਰ੍ਹਾਂ ਕਰਕੇ ਲਾਈਨ ਮਾਰ ਦੇਵਾਂ ਤਾਂ ਸਾਨੂੰ 4 ਦੀ ਤਰ੍ਹਾਂ ਇਹ ਅੱਖਰ ਪ੍ਰਤੀਤ ਹੋ ਰਿਹਾ ਹੈ, ਅਤੇ ਇਸ ਦਾ ਸੀਰੀਜ਼ ਹੋ ਗਈ 14। ਜਾਂ ਅਸੀਂ ਐਨ ਨੂੰ ਇਸ ਤਰ੍ਹਾਂ ਵੀ ਤੋੜ ਕੇ ਲਿਖ ਸਕਦੇ ਹਾਂ। ਆ ਆਪਣੇ ਕੋਲ ਐਨ ਲਿਖਿਆ ਹੋਇਆ ਹੈ, ਇਹਨੂੰ ਜਦ ਅਸੀਂ ਤੋੜ ਕੇ ਲਿਖਾਂਗੇ ਤੇ ਇਹ ਰੋਮਨ ਅੱਖਰ ਦਾ 4 ਨੰਬਰ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਇਸ ਕਰਕੇ ਵੀ ਅਸੀਂ ਇਸ ਨੂੰ 14 ਨੰਬਰ ਦੇ ਸਕਦੇ ਹਾਂ। ਅੱਗੇ ਫਿਰ ਆਪਣੇ ਕੋਲ O ਆ ਗਿਆ ਹੈ। ਉਹ ਆਪਣੇ ਕੋਲ 15ਵਾਂ ਅੱਖਰ ਹੈ ਇਜੋਤੀ ਦੇ ਹਿਸਾਬ ਦੇ ਨਾਲ, ਇਹ ਅਸੀਂ ਉੱਥੋਂ ਯਾਦ ਕਰ ਲਾਂਗੇ। ਅਗੇਨ ਆਪਣੇ ਕੋਲ ਅੱਖਰ ਆ ਗਿਆ P। ਇਹ ਕਾਫੀ ਹੱਦ ਤੱਕ F ਵਰਗਾ ਹੀ ਅੱਖਰ ਹੈ। ਇਸੇ ਤਰ੍ਹਾਂ ਹੀ P ਨੂੰ ਜੇ ਮੈਂ ਉਲਟਾ ਕਰ ਦੇਵਾਂ ਤਾਂ ਇਹ ਵੀ 6 ਨੰਬਰ ਦੀ ਤਰ੍ਹਾਂ ਸਾਨੂੰ ਨਜ਼ਰ ਆ ਰਿਹਾ ਹੈ। ਇਸ ਕਰਕੇ P ਅੱਖਰ ਦਾ ਆਪਣੇ ਕੋਲ ਅਲਫਾਬੈਟੀਕਲ ਸੀਰੀਜ਼ ਹੋ ਗਈ 16। ਅੱਗੇ ਆਪਣੇ ਕੋਲ ਅੱਖਰ ਆ ਜਾਂਦਾ ਹੈ ਜੀ Q। ਜੇ ਅਸੀਂ Q ਦੀ ਵੀ ਗੱਲ ਕਰੀਏ ਤਾਂ Q ਨੂੰ ਵੀ ਅਸੀਂ G ਦੀ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਇੱਕ ਪੂਛ ਦੀ ਤਰ੍ਹਾਂ ਸ਼ੋ ਕਰ ਸਕਦੇ ਹਾਂ। ਅਤੇ ਫਿਰ ਇਹ ਜਿਹੜਾ ਅੱਖਰ ਆਪਣੇ ਕੋਲ ਬਣਦਾ ਪਿਆ ਹੈ ਇਹ 7 ਦੀ ਤਰ੍ਹਾਂ ਹੀ ਇਸ ਦੀ ਪੂਛ ਨਜ਼ਰ ਆ ਰਹੀ ਹੈ, ਅਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ Q ਅੱਖਰ ਹੈ ਇਸ ਦਾ ਅਲਫਾਬੈਟੀਕਲ ਸੀਰੀਜ਼ ਦੇ ਵਿੱਚ ਨੰਬਰ ਬਣ ਗਿਆ 17। ਹੁਣ ਅਸੀਂ ਜੇ ਆਰ ਦੀ ਗੱਲ ਕਰੀਏ ਤੇ ਆਰ ਵੀ ਨੀਚੇ ਤੋਂ ਜੇਕਰ ਤੁਸੀਂ ਬੰਦ ਕਰ ਦਿਓ ਤੇ ਇਹ ਇੱਕ 8 ਅੱਖਰ ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ, ਤੇ ਅਸੀਂ ਆਰ ਦੀ ਅਲਫਾਬੈਟੀਕਲ ਸੀਰੀਜ਼ ਦੇ ਵਿੱਚ ਸਥਾਨ ਰੱਖ ਦਿੰਦੇ ਹਾਂ 18ਵਾਂ। ਜਿਹੜਾ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਉਹ ਇਹੀ ਹੈ ਕਿ ਜਿਹੜਾ ਇਜੋਤੀ ਅਸੀਂ ਦੇਖਿਆ ਸੀਗਾ ਉਸ ਦੇ ਵਿੱਚ ਜਿਹੜਾ ਆਪਣੇ ਕੋਲ ਜੇ ਅੱਖਰ ਸੀਗਾ ਆਪਣੇ ਕੋਲ ਉਹ 10ਵਾਂ ਅੱਖਰ ਸੀ, ਤੇ ਜਿਹੜਾ ਆਪਣੇ ਕੋਲ ਟੀ ਅੱਖਰ ਹੈ ਉਹ 20ਵੇਂ ਨੰਬਰ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈ। ਤੇ ਇਸ ਦਾ ਮਤਲਬ ਹੈ ਕਿ ਜਿਹੜੇ ਜੇ ਤੋਂ ਲੈ ਕੇ ਟੀ ਤੱਕ ਦੇ ਜਿੰਨੇ ਵੀ ਅਲਫਾਬੈਟਸ ਹੋਣਗੇ ਉਹ 10, 11, 12, 13, 14, 15, 16, 17, 18, 19 ਅਤੇ 20, ਯਾਨੀ ਕਿ 10 ਵਾਲੀ ਜਿਹੜੀ ਸੀਰੀਜ਼ ਹੈ ਉਸ ਨੂੰ ਰਿਪਰੈਜ਼ੈਂਟ ਕਰਨਗੇ। ਤੇ ਜਿਹੜੇ ਬਾਕੀ ਲਾਸਟ ਵਾਲੇ ਆਪਣੇ ਕੋਲ ਅੱਖਰ ਹੋਣਗੇ ਉਹ 20 ਤੋਂ ਉੱਪਰ ਵਾਲੇ ਨੰਬਰਾਂ ਨੂੰ ਰਿਪਰੈਜ਼ੈਂਟ ਕਰਨਗੇ। ਅਸੀਂ ਚੱਲਦੇ ਹਾਂ ਅਗਲੀ ਸਲਾਈਡ ਦੇ ਉੱਪਰ। ਜਿਸ ਤਰ੍ਹਾਂ ਕਿ ਤੁਹਾਨੂੰ ਅਗਲਾ ਅੱਖਰ ਆ ਰਿਹਾ ਹੈ ਨਜ਼ਰ S, ਤੇ ਜੇ ਅਸੀਂ S ਦੀ ਗੱਲ ਕਰੀਏ ਤੇ S ਨੂੰ ਵੀ ਜੇ ਅਸੀਂ ਇਸ ਰਾਈਟ ਸਾਈਡ ਤੋਂ ਬੰਦ ਕਰ ਦਈਏ ਤੇ ਇਹ 9 ਦੀ ਤਰ੍ਹਾਂ ਸਾਨੂੰ ਨਜ਼ਰ ਆ ਰਿਹਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੱਖਰ S ਹੈ ਇਹਦੀ ਰਿਪਰੈਜ਼ੈਂਟੇਸ਼ਨ ਆਪਣੇ ਕੋਲ 19 ਨੰਬਰ ਦੇ ਨਾਲ ਹੋ ਗਈ। ਅਗਲਾ ਅੱਖਰ ਫਿਰ ਆਪਣੇ ਕੋਲ T ਆ ਗਿਆ, ਜਿਸ ਨੂੰ ਅਸੀਂ ਇਜੋਟੀ ਦੇ ਨਾਲ ਯਾਦ ਰੱਖ ਸਕਦੇ ਹਾਂ ਕਿ ਉਹ 20ਵਾਂ ਅੱਖਰ ਹੈ। ਹੁਣ ਜੇ ਮੈਂ U ਦੀ ਗੱਲ ਕਰਾਂ ਤੇ U ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਨੁੱਕਰ ਨਹੀਂ ਹੈ, ਤੇ ਜੇਕਰ ਨੁੱਕਰ ਨਹੀਂ ਹੈ ਤੇ ਇਸ ਨੂੰ ਅਸੀਂ ਸਿੱਧਾ ਇੱਕ ਸਿੱਧੀ ਲਾਈਨ ਦੇ ਨਾਲ ਵੀ ਲਿਖ ਸਕਦੇ ਹਾਂ। ਇਸ ਕਰਕੇ U ਦਾ ਜਿਹੜਾ ਨੰਬਰ ਆ ਗਿਆ 21। ਅਗਲਾ ਮੇਰੇ ਕੋਲ ਅੱਖਰ ਆ ਗਿਆ ਬੇਟਾ 20। ਹੁਣ 20 ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਸੇ ਕਲਾਸ ਦੇ ਵਿੱਚ ਵੱਧ ਨੰਬਰ ਲੈ ਲਓ ਜਾਂ ਖੇਡ ਦੇ ਵਿੱਚ ਜਿੱਤ ਜਾਓ ਤੇ ਤੁਸੀਂ ਆਪਣੇ ਹੱਥ ਨਾਲ ਅੰਗੂਠੇ ਤੋਂ ਬਾਅਦ ਪਹਿਲੇ ਦੋਵੇਂ ਉਂਗਲਾਂ ਦੇ ਨਾਲ ਇਸ ਤਰ੍ਹਾਂ 20 ਦਾ ਨਿਸ਼ਾਨ ਬਣਾ ਦਿੰਦੇ ਹੋ। ਤੇ ਇਸ ਦਾ ਮਤਲਬ ਹੋ ਗਿਆ ਇਹ ਤੁਹਾਡੀ ਪਹਿਲੀ ਉਂਗਲ ਹੋ ਗਈ, ਇਹ ਤੁਹਾਡੀ ਦੂਸਰੀ ਉਂਗਲ ਹੋ ਗਈ। ਕਿੰਨੀਆਂ ਉਂਗਲਾਂ ਹੋ ਗਈਆਂ ਬੇਟਾ? 2। ਇਸ ਕਰਕੇ ਜਿਹੜਾ ਅੱਖਰ 20 ਹੈ ਇਸ ਦਾ ਅਲਫਾਬੈਟੀਕਲ ਸੀਰੀਜ਼ ਦੇ ਵਿੱਚ ਨੰਬਰ ਹੋ ਗਿਆ 22, ਯਾਨੀ ਕਿ 2 ਉਂਗਲਾਂ ਨੇ, ਇੱਕ ਤੇ ਇੱਕ ਇਹ 2, ਇਸ ਕਰਕੇ ਇਹਦਾ ਨੰਬਰ ਆ ਗਿਆ 22। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਬੇਟਾ W ਨੂੰ ਵੀ ਜੇ ਤੁਸੀਂ ਦੇਖੋ ਤੇ M ਦਾ ਉਲਟ ਹੈ, ਇਸ ਕਰਕੇ ਇਸ ਨੂੰ ਵੀ ਜੇ ਤੁਸੀਂ ਥੋੜ੍ਹਾ ਜਿਹਾ ਟੇਢਾ ਕਰ ਦਿਓ ਤੇ ਇਹ 3 ਦੀ ਤਰ੍ਹਾਂ ਆਪਣੇ ਕੋਲ ਨਜ਼ਰ ਆ ਰਿਹਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ W ਅੱਖਰ ਹੈ ਉਹ 23 ਨੰਬਰ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈ।
ਜਦੋਂ ਮੈਂ ਗੱਲ ਕਰਦਾ ਹਾਂ ਐਕਸ ਦੀ, ਇਸ ਨੂੰ ਅਸੀਂ ਐਕਸ ਜੇ ਲਿਖਦੇ ਹਾਂ ਤੇ ਇਹਨੂੰ ਅਗੇਨ ਅਸੀਂ ਜੇਕਰ ਇਸ ਸਾਈਡ ਤੋਂ ਬੰਦ ਕਰ ਦਈਏ ਤੇ ਇਹ ਅੱਖਰ 4 ਦੀ ਤਰ੍ਹਾਂ ਨਜ਼ਰ ਆ ਰਿਹਾ ਹੈ, ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਐਕਸ ਹੈ ਉਹਦੀ ਰਿਪਰੈਜ਼ੈਂਟੇਸ਼ਨ 24 ਹੈ। ਇਸ ਨੂੰ 24 ਨੰਬਰ ਦੇ ਨਾਲ ਅਸੀਂ ਰਿਪਰੈਜ਼ੈਂਟ ਕਰ ਸਕਦੇ। ਜਿਹੜੇ ਆਪਣੇ ਕੋਲ ਅਗਲੇ ਦੋ ਅੱਖਰ ਬਚ ਜਾਂਦੇ ਨੇ ਉਹ ਵਾਈ ਇਜੋਟੀ ਤੋਂ 25ਵਾਂ ਅੱਖਰ, 26ਵਾਂ ਸਾਨੂੰ ਯਾਦ ਹੀ ਹੈ ਜ਼ੈਡ। ਤੇ ਇਸ ਤਰੀਕੇ ਨਾਲ ਅਸੀਂ ਇਸ ਅਲਫਾਬੈਟੀਕਲ ਸੀਰੀਜ਼ ਨੂੰ ਯਾਦ ਰੱਖ ਸਕਦੇ ਹਾਂ। ਇਸ ਤੋਂ ਬਾਅਦ ਜਿਹੜਾ ਅਸੀਂ ਸੇਮ ਇਸੇ ਨਾਲ ਦਾ ਹੀ ਟੌਪਿਕ ਕਰਨਾ ਹੈ, ਉਹ ਇਸ ਤਰ੍ਹਾਂ ਹੈ ਕਿ ਜਦ ਅਸੀਂ ਅਪੋਜ਼ਿਟ ਲੈਟਰ ਦੀ ਗੱਲ ਕਰਦੇ ਹਾਂ ਕਿ ਏ ਦੇ ਅਪੋਜ਼ਿਟ ਕਿਹੜਾ ਲੈਟਰ ਆਏਗਾ, ਬੀ ਦੇ ਅਪੋਜ਼ਿਟ ਕਿਹੜਾ ਲੈਟਰ ਆਏਗਾ, ਉਹਦੇ ਵਾਸਤੇ ਵੀ ਅਸੀਂ ਇੱਥੋਂ ਦੇਖ ਸਕਦੇ ਹਾਂ ਕਿ ਐਮ ਦੇ ਸਾਹਮਣੇ ਆਪਣੇ ਕੋਲ ਐਨ ਲੈਟਰ ਹੈ, ਐਲ ਦੇ ਸਾਹਮਣੇ ਓ, ਕੇ ਦੇ ਸਾਹਮਣੇ ਪੀ, ਜੇ ਦੇ ਸਾਹਮਣੇ ਕਿਊ, ਆਈ ਦੇ ਸਾਹਮਣੇ ਆਰ, ਐਚ ਦੇ ਸਾਹਮਣੇ ਐਸ। ਇਸੇ ਤਰ੍ਹਾਂ ਹੀ ਆਪਣੇ ਕੋਲ ਹਰ ਇੱਕ ਅਲਫਾਬੈਟ ਦੇ ਸਾਹਮਣੇ ਇੱਕ ਅਲਫਾਬੈਟ ਅਸੀਂ ਲਿਖਿਆ ਹੋਇਆ ਹੈ। ਜੇਕਰ ਤੁਸੀਂ ਇਸ ਹਰ ਅਲਫਾਬੈਟ ਦੇ ਨੰਬਰ ਨੂੰ ਧਿਆਨ ਨਾਲ ਦੇਖੋ ਤਾਂ 24 ਅਤੇ 14 27, 12 ਅਤੇ 15 27, 11 ਅਤੇ 26 16 27, 10 ਅਤੇ 17 27, ਯਾਨੀ ਕਿ ਸਾਰਿਆਂ ਦਾ ਜੋੜ 27 ਹੈ। ਇੱਕ ਤਾਂ ਤਰੀਕਾ ਇਹ ਹੈ, ਇੱਥੋਂ ਵੀ ਅਸੀਂ ਅਲਫਾਬੈਟੀਕਲ ਸੀਰੀਜ਼ ਦੇ ਵਿੱਚੋਂ ਕਿਹੜਾ ਅੱਖਰ ਕਿਸ ਦੇ ਸਾਹਮਣੇ ਹੈ ਅਸੀਂ ਦੱਸ ਸਕਦੇ ਹਾਂ ਕਿ ਦੋਵਾਂ ਦਾ ਜੋੜ ਜਿਹੜਾ ਹੈ ਉਹ 27 ਬਣਨਾ ਚਾਹੀਦਾ ਹੈ। ਇੱਕ ਤਰੀਕਾ ਹੋਰ ਹੈ ਇਸ ਨੂੰ ਯਾਦ ਕਰਨ ਦਾ, ਆਓ ਅਸੀਂ ਦੇਖਦੇ ਹਾਂ। ਜਿਸ ਤਰ੍ਹਾਂ ਕਿ ਏ ਦੇ ਸਾਹਮਣੇ Z ਆਉਂਦਾ ਹੈ, ਇਹ ਤਾਂ ਸਾਡੇ ਵਾਸਤੇ ਸਾਰਿਆਂ ਨੂੰ ਸੌਖਾ ਹੈ। ਜਿਸ ਤਰ੍ਹਾਂ ਅਸੀਂ ABCD ਯਾਦ ਕਰਦੇ ਹਾਂ, ਅਸੀਂ ਕਹਿ ਸਕਦੇ ਹਾਂ A to Z ABC ਅਸੀਂ ਲਿਖਣੀ ਹੈ, ਅਤੇ ਇਸ ਕਰਕੇ ਆਪਣੇ ਕੋਲ A ਦਾ ਅਪੋਜ਼ਿਟ ਲੈਟਰ ਆ ਗਿਆ Z। ਅਗਲਾ ਆਪਣੇ ਕੋਲ ਆ ਗਿਆ ਜੀ 22। 22 ਨੂੰ ਅਸੀਂ ਦੋ ਤਰੀਕੇ ਨਾਲ ਯਾਦ ਕਰ ਸਕਦੇ ਹਾਂ। ਇੱਕ ਅੰਗਰੇਜ਼ੀ ਦਾ ਲਫ਼ਜ਼ ਹੈਗਾ ਹੈ ਬਾਈ, ਜਾਂ ਫਿਰ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਲਫ਼ਜ਼ ਬੋਏ ਦੇ ਨਾਲ। ਬੀ ਦਾ ਉਲਟ ਆ ਗਿਆ ਆਪਣੇ ਕੋਲ ਵਾਈ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਬੇਟਾ ਸੀ ਤੇ ਐਕਸ। ਇਸ ਨੂੰ ਤੁਸੀਂ ਕ੍ਰਿਸਮਸ ਦੇ ਹਿਸਾਬ ਦੇ ਨਾਲ ਵੀ ਯਾਦ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਇੱਕ ਲਫ਼ਜ਼ ਸੁਣਿਆ ਹੋਏਗਾ ਕਰੈਕਸ, ਯਾਨੀ ਕਿ ਸੀ ਦੇ ਉਲਟ ਹੋਏਗਾ ਆਪਣੇ ਕੋਲ ਐਕਸ, ਕਰੈਕਸ। ਠੀਕ ਹੈ, ਇਹ ਤੁਸੀਂ ਹੋ ਸਕਦਾ ਹੈ ਹੱਟੀ ਤੋਂ ਲੈ ਕੇ ਇੱਕ ਆਪਣੇ ਕੋਲ ਇੱਕ ਖਾਣ ਵਾਲਾ ਆਪਣੇ ਕੋਲ ਇੱਕ ਬੱਚੇ ਜਿਹੜੇ ਨੇ ਬਹੁਤ ਖਾਂਦੇ ਨੇ, ਉਸ ਦਾ ਨਾਂ ਵੀ ਕਰੈਕਸ ਹੈ। ਅਗਲਾ ਮੇਰੇ ਕੋਲ ਆ ਜਾਂਦਾ ਹੈ ਡੀ ਦੇ ਅਪੋਜ਼ਿਟ ਲੈਟਰ ਕਿਹੜਾ ਹੋਏਗਾ, ਡਬਲਿਊ। ਇਹਨੂੰ ਯਾਦ ਕਰਨ ਵਾਸਤੇ ਵੀ ਅਸੀਂ ਦੋ ਸ਼ਬਦ ਲੈ ਸਕਦੇ ਹਾਂ। ਇੱਕ ਜਿਸ ਤਰ੍ਹਾਂ ਤੁਸੀਂ ਮਾਊਂਟੇਨ ਡਿਊ ਪੀਂਦੇ ਹੋ, ਉੱਥੋਂ ਲਫ਼ਜ਼ ਆ ਜਾਂਦਾ ਹੈ ਡੀ ਤੇ ਡਬਲਿਊ। ਨਹੀਂ ਤਾਂ ਤੁਸੀਂ ਯਾਦ ਕਰ ਸਕਦੇ ਹੋ ਦੁੱਧ ਵਾਲਾ। ਦੁੱਧ ਵਾਲਾ ਦੇ ਨਾਲ ਵੀ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ, दूध ਵਾਲਾ ਕਹਿ ਲਓ ਜਾਂ ਦੁੱਧ ਵਾਲਾ ਕਹਿ ਲਓ। ਠੀਕ ਹੈ, ਅਗਲਾ ਆਪਣੇ ਕੋਲ ਆ ਜਾਂਦਾ ਬੇਟੇ ਈ ਤੇ ਵੀ। ਇਹਦੇ ਵਾਸਤੇ ਤੁਸੀਂ ਇੱਕ ਲਫ਼ਜ਼ ਯਾਦ ਰੱਖਣਾ ਹੈ ਲਵ। ਠੀਕ ਹੈ, ਲਵ ਦੇ ਵਿੱਚ ਗੱਬਿਓਂ ਜੇ ਤੁਸੀਂ ਲਾਈਨ ਮਾਰ ਦਿਓ ਤਾਂ ਇੱਥੋਂ ਤੁਸੀਂ ਐਲ ਤੋਂ ਅਪੋਜ਼ਿਟ ਓ ਹੋ ਜਾਏਗਾ, ਅਤੇ ਵੀ ਦਾ ਅਪੋਜ਼ਿਟ ਆਪਣੇ ਕੋਲ ਈ ਹੋ ਜਾਏਗਾ, ਜਾਂ ਈ ਦਾ ਅਪੋਜ਼ਿਟ ਵੀ ਹੋ ਜਾਏਗਾ। ਠੀਕ ਹੈ, ਇਹ ਆਪਣੇ ਕੋਲ ਜਿਹੜਾ ਲਵ ਅੱਖਰ ਹੈ ਇਸ ਤਰ੍ਹਾਂ ਅਸੀਂ ਦੱਸ ਸਕਦੇ ਹਾਂ ਕਿ ਐਲ ਦਾ ਅਪੋਜ਼ਿਟ ਓ ਹੋਏਗਾ ਅਤੇ ਵੀ ਦਾ ਅਪੋਜ਼ਿਟ ਈ ਹੋਵੇਗਾ। ਇਸੇ ਤਰ੍ਹਾਂ ਹੀ ਜੇ ਅਸੀਂ ਐਫ ਅਤੇ ਯੂ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਯਾਦ ਕਰਨ ਵਾਸਤੇ ਅਸੀਂ ਲਫ਼ਜ਼ ਯੂਜ਼ ਕਰ ਸਕਦੇ ਹਾਂ ਫੁੱਲ। ਠੀਕ ਹੈ, ਅਸੀਂ ਫੁੱਲ ਲਫ਼ਜ਼ ਯਾਦ ਰੱਖ ਸਕਦੇ ਹਾਂ, ਜਾਂ ਇਸ ਨੂੰ ਹੀ ਲਿਖ ਸਕਦੇ ਹਾਂ। ਇੱਕ ਲਫ਼ਜ਼ ਆਪਣੇ ਕੋਲ ਆਉਂਦਾ ਹੈ ਬੇਟੇ ਫੇਅਰ ਅਤੇ ਅਨਫੇਅਰ। ਫੇਅਰ ਅਤੇ ਅਨਫੇਅਰ, ਐਫ ਫॉर ਫੇਅਰ ਅਤੇ ਇਸ ਦਾ ਉਲਟ ਆ ਗਿਆ ਅਨਫੇਅਰ। ਪਹਿਲਾ ਅੱਖਰ ਐਫ ਅਤੇ ਇੱਧਰ ਪਹਿਲਾ ਅੱਖਰ ਯੂ ਆ ਗਿਆ। ਇੱਕ ਅੱਖਰ ਤੁਸੀਂ ਹੋਰ ਦੇਖ ਸਕਦੇ ਹੋ ਫਿਊਲ।
ਠੀਕ ਹੈ। ਫਿਊਲ ਤੋਂ ਵੀ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ, F ਤੇ U। ਅਗਲਾ ਆਪਣੇ ਅੱਖਰ ਆ ਜਾਂਦਾ ਹੈ ਜੀ GT। GT ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੀ, ਆਪਣੀ GT ਰੋਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹਨੂੰ ਤੁਸੀਂ ਇੱਥੋਂ ਯਾਦ ਰੱਖ ਸਕਦੇ ਹੋ, GT ਰੋਡ। ਅੱਗੇ ਆ ਜਾਂਦਾ ਹੈ ਬੱਚੇ HS। ਅਸੀਂ 10ਵੀਂ ਕਲਾਸ 'ਚ ਸਾਡੇ ਪੜ੍ਹ ਰਹੇ ਹਾਂ ਅਤੇ ਸਾਡੀ ਸ਼੍ਰੇਣੀ ਕਿਹੜੀ ਹੈ? ਹਾਈ ਸਕੂਲ। ਅਸੀਂ ਹਾਈ ਸਕੂਲ ਦੇ ਵਿੱਚ ਪੜ੍ਹ ਰਹੇ ਹਾਂ ਅਤੇ HS ਦਾ ਮਤਲਬ ਹੋ ਗਿਆ ਹਾਈ ਸਕੂਲ। ਜਿਸ ਤਰ੍ਹਾਂ ਅਸੀਂ ਯਾਦ ਹੈ ਤੁਹਾਨੂੰ, ਜਿਹੜਾ ਹਾਈ ਸਕੂਲ ਹੈ ਉਸਨੂੰ ਗੌਰਮੈਂਟ ਹਾਈ ਸਕੂਲ GHS ਲਿਖਦੇ ਹਾਂ, ਅਤੇ HS ਦਾ ਮਤਲਬ ਕੀ ਹੋ ਗਿਆ? ਹਾਈ ਸਕੂਲ। ਅਗਲਾ ਆਪਣੇ ਕੋਲ ਬੇਟੇ ਸ਼ਬਦ ਆ ਜਾਂਦਾ ਹੈ IR। ਇਹਨੂੰ ਅਸੀਂ ਕਿਸ ਤਰ੍ਹਾਂ ਯਾਦ ਕਰ ਸਕਦੇ ਹਾਂ? IR ਨੂੰ ਅਸੀਂ ਯਾਦ ਕਰ ਸਕਦੇ ਹਾਂ ਇੰਡੀਅਨ ਰੇਲਵੇ। ਇੰਡੀਅਨ ਰੇਲਵੇ, ਭਾਰਤੀ ਰੇਲ, ਉਸ ਦੇ ਨਾਲ ਵੀ ਅਸੀਂ ਇਸ ਨੂੰ ਯਾਦ ਰੱਖ ਸਕਦੇ ਹਾਂ, ਇੰਡੀਅਨ ਰੇਲਵੇ IR। ਜਾਂ ਫਿਰ ਤੁਸੀਂ ਇੱਕ ਸ਼ਬਦ ਹੋਰ ਰੱਖ ਸਕਦੇ ਹੋ ਇਨਫਰਾਰੈੱਡ। ਇਨਫਰਾਰੈੱਡ ਰੇਜ਼ ਹੁੰਦੀਆਂ ਨੇ, ਉੱਥੋਂ ਵੀ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ IR, ਕਿਉਂਕਿ ਇਨਫਰਾਰੈੱਡ ਰੇਜ਼ ਨੂੰ ਸ਼ਾਰਟ ਦੇ ਵਿੱਚ IR ਕਿਹਾ ਜਾਂਦਾ ਹੈ। ਅਗਲਾ ਅੱਖਰ ਆਪਣੇ ਕੋਲ ਆ ਜਾਂਦਾ ਹੈ J ਤੇ Q। ਹੁਣ ਤੁਸੀਂ ਜਦੋਂ ਥੋੜ੍ਹੇ ਛੋਟੇ ਹੋਵੋਗੇ ਜਾਂ ਹੁਣ ਵੀ ਜਦੋਂ ਕਿਸੇ ਤੁਹਾਨੂੰ ਸਮਾਂ ਮਿਲਦਾ ਹੋਏਗਾ, ਅਤੇ ਛੋਟੇ ਬੱਚੇ ਅਸੀਂ ਕਾਫੀ ਤਾਸ਼ ਵਗੈਰਾ ਅਸੀਂ ਖੇਡੀ ਹੋਈ ਹੈ, ਅਤੇ ਉਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਆਪਣੇ ਕੋਲ J ਅੱਖਰ ਹੁੰਦਾ ਸੀਗਾ ਉਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਬੇਟੇ ਜੈਕ, ਜਿਹਨੂੰ ਅਸੀਂ 11 ਦੇ ਨਾਲ ਰਿਪਰੈਜ਼ੈਂਟ ਕਰਦੇ ਹੁੰਦੇ ਸੀ ਉੱਥੇ। ਇੱਕ ਆਪਣੇ ਕੋਲ ਹੁੰਦੀ ਸੀਗੀ ਰਾਣੀ, ਜਿਹਨੂੰ ਅਸੀਂ Q ਦੇ ਨਾਲ ਲਿਖਦੇ ਸੀਗੇ, ਅਤੇ ਉਹ ਆ ਗਿਆ ਆਪਣੇ ਕੋਲ ਕੁਈਨ। ਅਤੇ ਇਹਨੂੰ ਤੁਸੀਂ ਇੱਥੋਂ ਯਾਦ ਰੱਖ ਸਕਦੇ ਹੋ ਜੈਕ ਐਂਡ ਕੁਈਨ। J ਤੇ Q, ਜੈਕ ਐਂਡ ਕੁਈਨ। ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਵੀ ਯਾਦ ਰੱਖ ਸਕਦੇ ਹੋ। ਅਗਲਾ ਬੇਟੇ ਆਪਣੇ ਕੋਲ ਆ ਜਾਂਦਾ ਹੈ ਜੀ K ਦਾ ਉਲਟ ਆ ਗਿਆ ਆਪਣੇ ਕੋਲ P। ਇਹ ਸਾਰੇ ਅਸੀਂ ਅਪੋਜ਼ਿਟ ਲੈਟਰ ਹੀ ਦੇਖਦੇ ਪਏ ਹਾਂ। ਇਹਨੂੰ ਯਾਦ ਕਰਨ ਦਾ ਤਰੀਕਾ, ਜੇ ਤੇ ਤੁਸੀਂ ਕ੍ਰਿਕਟ ਖੇਡਦੇ ਹੋ ਅਤੇ ਤੁਹਾਨੂੰ ਇੱਕ ਖਿਡਾਰੀ ਦਾ ਸ਼ਾਇਦ ਨਾਮ ਯਾਦ ਹੋਵੇ, ਕੇਵਿਨ ਪੀਟਰਸਨ। ਜੇ ਨਹੀਂ ਵੀ ਯਾਦ ਹੈ ਤੇ ਇਸ ਅੱਖਰ ਨੂੰ ਉਲਟ ਕਰ ਦਿਓ ਤੇ ਤੁਸੀਂ ਅਮੀਰ ਖਾਨ ਦੀ ਫਿਲਮ ਦੇਖੀ ਹੋਣੀ ਹੈ PK। ਜੇ ਇਹ ਵੀ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ, ਉਸ ਨੂੰ ਅੰਗਰੇਜ਼ੀ 'ਚ ਅਸੀਂ ਕਹਿੰਦੇ ਹਾਂ ਪਲੇ। ਅਤੇ ਜੇ ਇਸੇ ਚੀਜ਼ ਨੂੰ ਅਸੀਂ ਪੰਜਾਬੀ ਜਾਂ ਹਿੰਦੀ 'ਚ ਬੋਲੀਏ ਅਤੇ ਇਸ ਨੂੰ ਅਸੀਂ ਕਹਿੰਦੇ ਹਾਂ ਖੇਲੋ, ਪਲੇ ਖੇਲੋ। ਇਸ ਨੂੰ ਅਸੀਂ ਇਸ ਤਰੀਕੇ ਨਾਲ ਵੀ ਯਾਦ ਰੱਖ ਸਕਦੇ ਹਾਂ। ਅਤੇ ਲਵ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ LO, ਉਹਦੇ ਵਾਸਤੇ ਹੀ ਅੱਖਰ ਯਾਦ ਰੱਖਣਾ ਹੈ ਜੀ ਲਵ, ਯਾਨੀ ਕਿ LO ਜਿਹੜਾ ਹੋਏਗਾ L ਦੇ ਅਪੋਜ਼ਿਟ O ਅਤੇ V ਦੇ ਅਪੋਜ਼ਿਟ E। MN ਵਾਸਤੇ ਆਪਣੇ ਕੋਲ ਬਿਲਕੁਲ ਸੌਖਾ ਜਿਹਾ ਅੱਖਰ ਹੈ ਜੀ, ਸ਼ਬਦ ਹੈ ਮੈਨ, ਅਤੇ M ਦਾ ਉਲਟ ਆ ਗਿਆ ਆਪਣੇ ਕੋਲ N। ਇਸ ਸ਼ਬਦਾਂ ਨੂੰ ਜੇਕਰ ਅਸੀਂ ਯਾਦ ਰੱਖੀਏ ਅਤੇ ਅਸੀਂ ਅਲੱਗ ਅਲੱਗ ਤਰੀਕੇ ਦੇ ਨਾਲ ਅਸੀਂ ਹਰ ਇੱਕ ਸ਼ਬਦ ਦੇ ਅਪੋਜ਼ਿਟ ਕਿਹੜਾ ਲੈਟਰ ਆਏਗਾ ਇਹ ਅਸੀਂ ਯਾਦ ਰੱਖ ਸਕਦੇ ਹਾਂ। ਉਮੀਦ ਹੈ ਬੱਚੇ ਤੁਹਾਨੂੰ ਇਹ ਟੌਪਿਕ ਜਿਹੜਾ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਕੋਸ਼ਿਸ਼ ਕਰਾਂਗੇ ਨੈਕਸਟ ਜਦੋਂ ਅਸੀਂ ਕਲਾਸ ਲਗਾਵਾਂਗੇ ਉਸ ਦੇ ਵਿੱਚ ਇਹਦੇ ਅਲੱਗ ਅਲੱਗ ਤਰ੍ਹਾਂ ਦੇ ਕੁਐਸਚਨ ਅਸੀਂ ਤਿਆਰ ਕਰਾਂਗੇ। ਹੁਣ ਇਹਨਾਂ ਨੂੰ ਯਾਦ ਕਰਨ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣੀ ਇੰਗਲਿਸ਼ ਦੀ ਕੋਈ ਵੀ ਇੱਕ ਬੁੱਕ ਲੈ ਲਓ, ਉਹਦੇ ਵਿੱਚ ਤੁਸੀਂ 5-7 ਕੋਈ ਲਾਈਨਾਂ ਨੂੰ ਇੱਕ ਪੇਜ ਦੇ ਉੱਪਰ ਲਿਖ ਲਵੋ ਅਤੇ ਫਿਰ ਇਸ ਨੂੰ ਯਾਦ ਕਰਦੇ ਹੋਏ ਉਹਨਾਂ ਹਰ ਇੱਕ ਅਲਫਾਬੈਟ ਦਾ ਨੰਬਰ ਨੀਚੇ ਲਿਖੀ ਜਾਓ, ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਡਰਿਲ ਹੋ ਜਾਵੇ ਅਤੇ ਤੁਹਾਨੂੰ ਉਹ ਸਾਰੇ ਦੇ ਸਾਰੇ ਅੱਖਰ ਜਿਹੜੇ ਹਨ ਉਹ ਯਾਦ ਹੋ ਜਾਣ। ਧੰਨਵਾਦ ਜੀ।